Hello everyone, welcome you all in your own channel Learn Everything. So next ਅਸੀਂ ਚੈਪਟਰ ਜੋ ਕੈਮਿਸਟਰੀ ਦਾ ਕਰਨ ਜਾ ਰਹੇ ਹਾਂ that is chemistry in everyday life. So ਮਾਸਟਰ ਗਾਈਡ ਦੇ ਸਿਲੇਬਸ ਵਿੱਚ ਆਲਰੇਡੀ ਇਹ ਮੈਂਸ਼ਨ ਹੈਗਾ ਆ ਅਕੋਰਡਿੰਗ ਟੂ ਸਿਲੇਬਸ ਕਰਾਂਗੇ ਠੀਕ ਆ। ਦੋ ਵੀਡੀਓਜ਼ ਦੇ ਵਿੱਚ ਇਸ ਚੈਪਟਰ ਨੂੰ ਮੈਂ ਕੰਪਲੀਟ ਕਰਵਾ ਦੇਵਾਂਗੀ। ਫਸਟ ਦੇ ਵਿੱਚ ਅਸੀਂ ਹਾਫ ਪੋਰਸ਼ਨ ਪਲੱਸ ਉਹਦੇ ਨਾਲ MCQs ਵੀ ਜਿਹੜੇ ਉਹ ਟਰਾਈ ਕਰ ਲਾਂਗੇ। ਸੋ ਸਿਲੇਬਸ ਦੇ ਵਿੱਚ ਜੋ ਫਸਟ ਮੈਂਸ਼ਨ ਹੈਗਾ ਦੈਟ ਇਜ਼ ਦਾ ਕੈਮੀਕਲਸ ਇਨ ਮੈਡੀਸਿਨ। ਸੋ ਉਹਨਾਂ ਦੇ ਨਾਮ ਵੀ ਮੈਂਸ਼ਨ ਹੈਗੇ ਲਾਈਕ ਐਨਲਜੈਸਿਕ, ਐਂਟੀਪਾਇਰੈਟਿਕ, ਐਂਟੀਸੈਪਟਿਕ, ਟ੍ਰਿੰਕੁਲਾਈਜ਼ਰਸ, ਐਂਟੈਸਟ, ਐਂਟੀ ਬਾਇਓਟਿਕ। ਸੋ ਠੀਕ ਹੈ, ਇਹਦੇ ਨਾਲ ਸਾਰੇ ਰਿਲੇਟਡ ਹੈਗੇ ਨੇ। ਸੋ ਫਸਟ ਇਜ਼ ਐਨਲਜੈਸਿਕ, ਜਿਹੜੇ ਪੇਨ ਰਿਲੀਫ ਲਈ ਲਾਈਕ ਤੁਹਾਡੇ ਪੇਨ ਹੁੰਦੀ ਆ ਉਹਦੇ ਲਈ ਤੁਸੀਂ ਜਿਹੜੀ ਮੈਡੀਸਿਨ ਲੈਂਦੇ ਹੋ ਉਹਨੂੰ ਆਪਾਂ ਇੱਕ ਜੋ ਕਲਾਸੀਫਾਈ ਕੀਤਾ ਇੱਕ ਗਰੁੱਪ ਦੇ ਵਿੱਚ ਉਹਨੂੰ ਬੋਲ ਦਿੱਤਾ ਐਨਲਜੈਸਿਕ। ਐਨਲਜੈਸਿਕਸ ਮਤਲਬ ਕਿ ਤੁਸੀਂ ਪੇਨ ਰਿਲੀਫ ਲਈ ਲੈ ਰਹੇ ਹੋ ਉਹ ਮੈਡੀਸਿਨ, ਉਹਨੂੰ ਬੋਲ ਦਿੱਤਾ ਐਨਲਜੈਸਿਕ। ਇਹਦੇ ਵਿੱਚ ਅਲੱਗ-ਅਲੱਗ ਐਗਜ਼ਾਮਪਲਸ ਆਉਂਦੀਆਂ ਐਸਪੀਰੀਨ, ਇਬੂਪ੍ਰੋਫੈਨ, ਠੀਕ ਹੈ, ਡਿਕਲੋਫੈਨਿਕ, ਸੋਡੀਅਮ, ਠੀਕ ਹੈ, ਨੈਪਰੈਕਸਨ, ਨੈਕਰੋਟਿਕ, ਠੀਕ ਹੈ, ਇਹਦੇ ਵਿੱਚ ਮੋਰਫਿਨ ਹੈਗਾ ਆ, ਕੈਡੋਨਿਨ ਹੈਗੀ ਆ, ਹੀਰੋਇਨ ਹੈ। ਸੋ ਇਹ ਤੁਹਾਨੂੰ ਨਾਮ ਵੀ ਯਾਦ ਹੋਣੇ ਚਾਹੀਦੇ ਆ। ਜਦੋਂ ਤੁਸੀਂ ਬਾਰ-ਬਾਰ ਇਹਨੂੰ ਰਿਪੀਟ ਕਰੋਗੇ, ਦੇਖੋਗੇ, ਇਸ ਟੇਬਲ ਨੂੰ ਆਪਣੇ ਸਾਹਮਣੇ ਬਣਾ ਕੇ ਰੱਖ ਲੈਣਾ, ਰੋਜ਼ ਇਹਨੂੰ ਦੇਖ ਲਓ ਜਸਟ, ਠੀਕ ਹੈ, ਬਾਰ-ਬਾਰ ਬੋਲ ਲਓ ਤਾਂ ਤੁਹਾਨੂੰ ਥੋੜ੍ਹੇ 4-5 ਦਿਨਾਂ ਤੱਕ ਇਹਨਾਂ ਦੇ ਆਈਡੀਆਜ਼ ਹੋ ਜਾਣਗੇ ਤਾਂ ਕਿ ਪੇਪਰਸ ਆਉਣ ਅਤੇ ਤੁਸੀਂ ਟਿਕ ਕਰ ਸਕੋ। ਠੀਕ ਹੈ, ਉੱਥੇ ਆਪਸ਼ਨ ਤਾਂ ਹੋਣਗੇ। ਐਂਟੀਪਾਇਰੈਟਿਕਸ ਹੁੰਦੇ ਜਦੋਂ ਤੁਹਾਨੂੰ ਬੁਖਾਰ ਵਗੈਰਾ ਹੁੰਦਾ ਲਾਈਕ ਬਾਡੀ ਦਾ ਟੈਂਪਰੇਚਰ ਹਾਈ, ਉਹਨੂੰ ਲੋਅਰ ਕਰਨ ਵਾਸਤੇ। ਸੋ ਲੋਅਰ ਦਾ ਬਾਡੀ ਟੈਂਪਰੇਚਰ ਫਿਰ ਤੁਸੀਂ ਲੈਂਦੇ ਹੋ ਜਿੱਦਾਂ ਐਸਪੀਰੀਨ, ਪੈਰਾਸੀਟਾਮੋਲ, ਠੀਕ ਹੈ, ਫੈਨੈਸਟਿਨ। ਸੋ ਇਹ ਜਿਹੜੇ ਆ ਇਹ ਹੈਗੇ ਐਂਟੀਪਾਇਰੈਟਿਕ। ਨੈਕਸਟ ਹੈ ਐਂਟੀਸੈਪਟਿਕ ਐਂਡ ਡਿਸਇਨਫੈਕਟੈਂਟ। ਦੇਖੋ, ਕਿਲ ਔਰ ਪ੍ਰੀਵੈਂਟ ਦਾ ਗਰੋਥ ਆਫ ਮਾਈਕਰੋ ਆਰਗੈਨਿਜ਼ਮ ਦੀ ਗਰੋਥ ਨੂੰ ਕਿਲ ਕਰਨ ਵਾਸਤੇ। ਠੀਕ ਹੈ, ਸੋ ਇਹਦੇ ਨਾਲ ਬਹੁਤ ਇੰਪੋਰਟੈਂਟ ਐਗਜ਼ਾਮਪਲ ਹੈਗੀ ਆ ਕਿ ਜਿੱਦਾਂ ਫਿਨੋਲ ਆ, ਜੇ 0.2% ਲੈ ਲਓ ਤਾਂ ਉਹ ਐਂਟੀਸੈਪਟਿਕ ਦਾ ਕੰਮ ਕਰਦਾ, ਜੇ 1% ਲਓ ਤਾਂ ਉਹ ਡਿਸਇਨਫੈਕਟਡ ਦਾ ਕੰਮ ਕਰਦਾ। ਠੀਕ ਹੈ, ਐਂਟੀਸੈਪਟਿਕ ਤੁਸੀਂ ਕਰੀਮਸ ਵੀ ਸੁਣੀਆਂ ਹੋਣੀਆਂ ਹੈ ਨਾ, ਜਿਹੜੇ ਡਿਸਇਨਫੈਕਟਡ ਦੇ ਵਿੱਚ ਅਲੱਗ-ਅਲੱਗ ਆ ਜਾਂਦੇ ਨੇ, ਜਿੱਦਾਂ ਆਪਾਂ ਫਿਨੋਲ ਯੂਜ਼ ਹੀ ਕਰਦੇ ਹਾਂ ਘਰਾਂ ਦੇ ਵਿੱਚ। ਠੀਕ ਹੈ, ਤਾਂ ਉਹ ਫਿਰ ਜਦੋਂ ਡਿਸਇਨਫੈਕਟਡ ਆ ਗਿਆ, ਜਦੋਂ ਮਾਈਕਰੋ ਆਰਗੈਨਿਜ਼ਮ ਨੂੰ ਕਿਲ ਕਰਨਾ, ਬਟ ਉਹ ਸਾਡੀ ਬਾਡੀ ਲਈ ਸਹੀ ਨਹੀਂ ਹੈ। ਐਂਟੀਸੈਪਟਿਕ ਤਾਂ ਅਸੀਂ ਅਪਲਾਈ ਕਰ ਸਕਦੇ ਨਾ ਬਾਡੀ 'ਤੇ ਵੀ। ਸੋ ਹੈ ਹੀ ਮਤਲਬ ਜਿਹਦੇ 'ਚ ਅਮਾਊਂਟ ਘੱਟ ਹੈਗੀ ਆ ਫਿਨੋਲ ਦੀ ਤਾਂ ਉਹਨੂੰ ਐਂਟੀਸੈਪਟਿਕ ਕਹਿ ਦਿੱਤਾ, ਜਦੋਂ ਜ਼ਿਆਦਾ ਹੈਗੀ ਤਾਂ ਉਹਨੂੰ ਆਪਾਂ ਡਿਸਇਨਫੈਕਟਡ ਬੋਲ ਦਿੱਤਾ। ਲਾਈਕ ਡਿਟੋਲ ਆ ਜਿੱਦਾਂ, ਠੀਕ ਹੈ, ਕਲੋਰੀਨ, ਇਹ ਅਲੱਗ-ਅਲੱਗ ਐਗਜ਼ਾਮਪਲ ਦਿੱਤੀਆਂ ਹੋਈਆਂ। ਠੀਕ ਹੈ, ਤੁਹਾਨੂੰ ਇਹਦੇ ਵਿੱਚ ਟੈਰੀਫਿਨੋਲ ਦਿੱਤਾ, ਬਿਥੇਨੋਲ, ਆਇਓਡੀਨ, ਬੋਰਿਕ ਐਸਿਡ, ਇਹ ਸਾਰੀਆਂ ਇਹਨਾਂ ਦੀਆਂ ਹੀ ਐਗਜ਼ਾਮਪਲਸ ਹੈਗੀਆਂ। ਨੈਕਸਟ ਹੈਗੇ ਟ੍ਰਿੰਕੁਲਾਈਜ਼ਰਸ, ਲਾਈਕ ਸਟ੍ਰੈਸ ਹੋ ਜਾਂਦੀ, ਕੋਈ ਮੈਂਟਲ ਡਿਸੀਜ਼ ਹੋ ਜਾਂਦੀ ਆ, ਫਿਰ ਆਪਾਂ ਸਟ੍ਰੈਸ ਰਿਲੀਫ ਕਰਨ ਲਈ ਐਨਜ਼ਾਈਟੀ ਹੋ ਜਾਂਦੀ ਨਾ, ਉਹਨਾਂ ਸਭ ਲਈ ਜਿਹੜੀਆਂ ਮੈਡੀਸਿਨਸ ਲੈਂਦੇ ਆ ਦੇ ਆਰ ਅੰਡਰ ਦਾ ਕੈਟੇਗਰੀ ਆਫ ਟ੍ਰਿੰਕੁਲਾਈਜ਼ਰਸ। ਕਲੀਅਰ? ਸੋ ਟ੍ਰਿੰਕੁਲਾਈਜ਼ਰਸ ਦੇ ਵਿੱਚ ਡੈਰੀਵੇਟਿਵਸ ਆਉਣਗੇ, ਬਾਰਬਿਟੂਰਿਕ ਐਸਿਡ, ਠੀਕ ਹੈ, ਤੁਸੀਂ ਨਾਮ ਦੇਖ ਲੈਣੇ ਇੱਕ ਵਾਰੀ। ਠੀਕ ਹੈ, ਸੋ ਇਹ ਤੁਹਾਡੇ ਲਈ ਦਾ ਵੈਲਿਊਮ ਹੈ, ਸੈਰੋਟੋਨਿਨ ਹੈ। ਸੋ ਇਹ ਸਾਰੇ ਟ੍ਰਿੰਕੁਲਾਈਜ਼ਰਸ ਦੀ ਟਾਈਪਸ ਦੇ ਵਿੱਚ ਆਉਣਗੇ, ਇੱਕ ਵਾਰੀ ਕਰ ਲੈਣਾ। ਨੈਕਸਟ ਇਹਦੀ ਐਂਟੀ ਮਾਈਕਰੋਬੀਅਲਸ ਆਉਂਦੇ ਆ। ਠੀਕ ਹੈ, ਇਹਦੇ ਵਿੱਚ ਇਨਫੈਕਸ਼ਨਸ ਵਗੈਰਾ ਜਿਹੜੀਆਂ ਡਿਊ ਟੂ ਮਾਈਕਰੋ ਆਰਗੈਨਿਜ਼ਮ ਹੋ ਜਾਂਦੀਆਂ ਆ, ਉਹਨਾਂ ਨੂੰ ਸਹੀ ਕਰਨ ਲਈ ਯੂਜ਼ ਕੀਤੇ ਜਾਂਦੇ। ਇਹਦੇ ਵਿੱਚ ਅਲੱਗ-ਅਲੱਗ ਤੁਹਾਨੂੰ ਨਾਮ ਦਿੱਤੇ ਹੋਏ ਨੇ। ਠੀਕ ਹੈ, ਨੈਕਸਟ ਹੈ ਐਂਟੀ ਫਰਟੀਲਿਟੀ ਡਰੱਗਸ, ਬਰਥ ਕੰਟਰੋਲ ਲਈ। ਠੀਕ ਹੈ, ਉਹਦੇ ਵਿੱਚ ਹੈ। ਨੈਕਸਟ ਐਂਟੀਬਾਇਓਟਿਕ ਪ੍ਰੋਡਿਊਸ ਬਾਈ ਮਾਈਕਰੋ ਆਰਗੈਨਿਜ਼ਮ ਐਂਡ ਕੈਨ ਇਨਹਿਬਿਟ ਦੀ ਗਰੋਥ ਆਫ ਅਦਰ। ਦੇਖੋ, ਪ੍ਰੋਡਿਊਸ ਵੀ ਬਾਈ ਦਾ ਮਾਈਕਰੋ ਆਰਗੈਨਿਜ਼ਮ ਹੈ ਅਤੇ ਉਹਦੀ ਹੀ ਗਰੋਥ ਨੂੰ ਇਨਹਿਬਿਟ ਕਰਦੇ ਆ, ਰੋਕਦੇ ਆ। ਠੀਕ ਹੈ, ਚ ਪੈਨਸਿਲਿਨ ਹੈ ਜਿਹਦਾ ਬਹੁਤ ਦੀ ਐਂਟੀਬਾਇਓਟਿਕ ਹੈ ਪੈਨਸਿਲਿਨ। ਠੀਕ ਆ, ਸੋ ਇਹਦੇ ਵਿੱਚ ਅਲੱਗ-ਅਲੱਗ ਨਾਮ ਦਿੱਤੇ ਨੇ। ਐਂਟਾਸਿਡ, ਜਦੋਂ ਬਹੁਤ ਜ਼ਿਆਦਾ ਐਸਿਡ ਬਣ ਜਾਂਦਾ ਸਟਮਕ ਦੇ ਵਿੱਚ, ਉਹਨੂੰ ਐਸਿਡਿਟੀ ਨੂੰ ਘੱਟ ਕਰਨ ਲਈ ਮੈਗਨੀਸ਼ੀਅਮ ਹਾਈਡਰੋਕਸਾਈਡ, ਮਿਲਕ ਆਫ ਮੈਗਨੀਸ਼ੀਆ, ਤੁਹਾਨੂੰ ਪਤਾ ਹੀ ਆ। ਸੋ ਅਲੱਗ-ਅਲੱਗ ਨਾਮ ਹੈਗੇ, ਇਹਨਾਂ ਨੂੰ ਇੱਕ ਵਾਰੀ ਦੇਖ ਲੈਣਾ। ਕਲੀਅਰ? ਨੈਕਸਟ ਸਾਡੇ ਸਿਲੇਬਸ ਦੇ ਵਿੱਚ ਐਂਟੀਹਿਸਟਾਮਾਈਨ ਵੀ ਹੈ। ਨੰਬਰ ਆਫ ਡਿਫਰੈਂਟ ਸੈਂਸਿਟਿੰਗ ਸਬਸਟਾਂਸ ਕਾਲਡ ਐਂਟੀਜਨ, ਜਿਹਨਾਂ ਨੂੰ ਬੋਲਦੇ ਡਰਾਈਵ ਕੀਤੇ ਜਾਂਦੇ ਫਰੋਮ ਦਾ ਫੂਡ ਜਾਂ ਇਨਵਾਇਰਮੈਂਟ, ਜਿਹਨਾਂ ਐਲਰਜੈਟਿਕ ਰਿਐਕਸ਼ਨਸ ਹੋ ਜਾਂਦੀਆਂ। ਠੀਕ ਹੈ, ਇਹ ਕਾਹ ਤੋਂ ਹੁੰਦੀਆਂ? ਡਿਊ ਟੂ ਰਿਲੀਜ਼ ਆਫ ਕੈਮੀਕਲ ਸਬਸਟਾਂਸ, ਜਿਹਨੂੰ ਆਪਾਂ ਬੋਲਦੇ ਹਿਸਟਾਮਾਈਨ। ਸੋ ਉਹਦੇ ਕਰਕੇ ਐਲਰਜਿਕ ਰਿਐਕਸ਼ਨ ਹੋ ਜਾਂਦੀ ਆ। ਸੋ ਉਹੀ ਜਿਹੜੇ ਐਂਟੀਹਿਸਟਾਮਾਈਨ ਕੀ ਹੋਣਗੇ? ਐਂਟੀ ਹੋ ਗਿਆ ਨਾ, ਸੋ ਮਤਲਬ ਉਹ ਹਿਸਟਾਮਾਈਨ ਨੂੰ ਜਾਂ ਤਾਂ ਐਬੋਲਿਸ਼ ਕਰ ਦੇਣਗੇ ਜਾਂ ਉਹਨੂੰ ਘੱਟ ਕਰਨਗੇ। ਡਿਮਿਨਿਸ਼ ਔਰ ਐਬੋਲਿਸ਼ ਦਾ ਐਕਸ਼ਨ ਆਫ ਹਿਸਟਾਮਾਈਨ ਰਿਲੀਜ਼ ਇਨ ਦਾ ਬਾਡੀ, ਜਿਹੜਾ ਬਾਡੀ 'ਚ ਰਿਲੀਜ਼ ਹੋ ਰਿਹਾ। ਸੋ ਮਤਲਬ ਜਿਹੜੀਆਂ ਐਲਰਜਿਕ ਰਿਐਕਸ਼ਨਸ ਹੋ ਰਹੀਆਂ ਉਹਨੂੰ ਪ੍ਰੀਵੈਂਟ ਕਰਨਗੇ, ਕਿਉਂਕਿ ਸਿਲੇਬਸ 'ਚ ਮੈਂਸ਼ਨ ਸੀਗਾ ਵੀ। ਠੀਕ ਹੈ, ਸੋ ਇਹ ਉਹਦੀਆਂ ਅਲੱਗ-ਅਲੱਗ ਐਗਜ਼ਾਮਪਲ ਦਿੱਤੀਆਂ ਹੋਈਆਂ, ਉਹ ਨਾਮ ਜਿਹੜੇ ਤੁਸੀਂ ਦੇਖ ਲੈਣੇ ਆ। ਠੀਕ ਹੈ, ਨੈਕਸਟ ਹੈਗਾ ਹੈ ਜੀ ਐਂਟੀ ਐਸਥੈਟਿਕਸ ਹੈਗੇ ਆ। ਕੈਮੀਕਲ ਸਬਸਟਾਂਸ ਵਿੱਚ ਪ੍ਰੋਡਿਊਸ ਜਨਰਲ ਲੋਕਲ ਇਨਸੈਂਸਿਟੀਬਿਲਿਟੀ ਟੂ ਪੇਨ ਜਾਂ ਫਿਰ ਹੋਰ ਸੈਂਸੇਸ਼ਨਸ ਨੂੰ ਉਹਦੇ ਲਈ ਯੂਜ਼ ਹੁੰਦਾ। ਇਹਦੀਆਂ ਵੀ ਐਗਜ਼ਾਮਪਲਸ ਤੁਸੀਂ ਦੇਖ ਲੈਣਾ। ਨੈਕਸਟ ਹੈਗਾ ਜੀ, ਇਹਦੇ ਵਿੱਚ ਕੁਛ ਇੰਪੋਰਟੈਂਟ ਸਿੰਪਲ ਕੁਐਸਚਨ ਆ, ਬਟ ਉਸ ਤੋਂ ਪਹਿਲਾਂ ਆਪਾਂ ਸਮਰੀ ਇੱਕ ਵਾਰੀ ਪੜ੍ਹ ਲੈਂਦੇ ਹਾਂ। ਦ ਕੈਮੀਕਲ ਯੂਜ਼ਡ ਫॉर ਟ੍ਰੀਟਮੈਂਟ ਆਫ ਡਿਸੀਜ਼ਿਜ਼, ਇਹਨੂੰ ਬੋਲਦੇ ਆਪਾਂ ਮੈਡੀਸਿਨ ਜਾਂ ਡਰੱਗ। ਸਿੰਪਲ ਹੈ ਨਾ, ਕੋਈ ਵੀ ਕੈਮੀਕਲ ਆਪਾਂ ਜਿਹੜਾ ਯੂਜ਼ ਕਰਦੇ ਆ ਡਿਸੀਜ਼ਿਜ਼ ਨੂੰ ਖਤਮ ਕਰਨ ਲਈ, ਉਹੀ ਆਪਾਂ ਉਹਨੂੰ ਕੀ ਕਹਿੰਦੇ ਆ? ਮੈਡੀਸਿਨ ਜਾਂ ਡਰੱਗ ਬੋਲ ਦਿੰਦੇ ਆ। ਤਾਂ ਡਰੱਗ ਕੀ ਇੱਕ ਕੈਮੀਕਲ ਏਜੰਟ ਵਿੱਚ ਇਫੈਕਟ ਕਰਦਾ ਸਾਡੇ ਹਿਊਮਨ ਜੋ ਮੈਟਾਬੋਲਿਜ਼ਮ ਸਿਸਟਮ ਹੈ ਨਾ, ਉਹਨੂੰ ਇਫੈਕਟ ਕਰਦਾ ਐਂਡ ਕਿਉਰ ਕਰਦਾ, ਉਹਨੂੰ ਪ੍ਰੋਵਾਈਡ ਕਿਉਰ ਫਰੋਮ ਦਾ ਏਲਮੈਂਟਸ, ਮਤਲਬ ਜਿਹੜੇ ਵੀ
मतलब कोई भी मतलब ਸਬਸਟਾਂਸ ਹੈਗੇ ਜਿਹੜੇ ਸਾਡੇ ਲਈ ਨਹੀਂ ਸਹੀ ਹੈਗੇ ਜਾਂ ਉਹਨਾਂ ਸਾਰੀਆਂ ਬਿਮਾਰੀਆਂ ਤੋਂ ਉਹਨਾਂ ਸਾਰੀਆਂ ਚੀਜ਼ਾਂ ਤੋਂ ਸਾਨੂੰ ਉਹ ਬਚਾਉਂਦਾ। ਅਨਲਜੈਸਿਕ ਆਰ ਯੂਜ਼ ਟੂ ਰਿਲੀਫ ਦਾ ਪੇਨ। ਆਪਾਂ ਕਰ ਰਹੇ ਹਾਂ ਅਨਲਜੈਸਿਕ ਕਿਹਦੇ ਵਾਸਤੇ ਯੂਜ਼ ਹੁੰਦੇ, ਪੇਨ ਨੂੰ ਰਿਲੀਫ ਕਰਨ ਵਾਸਤੇ, ਕਿਉਂਕਿ ਸਮਰੀ 'ਚ ਕੁਐਸਚਨ ਬਹੁਤ ਆਉਂਦਾ। ਸੋ ਇੱਥੇ ਕਾਮਨ ਜਿਹੜੀਆਂ ਐਗਜ਼ਾਮਪਲ ਜਿੱਦਾਂ ਐਸਪੀਰੀਨ, ਨੋਵਾਲਗਿਨ, ਇਹ ਇੰਪੋਰਟੈਂਟ ਆ ਪੜ੍ਹ ਲੈਣਾ। ਐਂਟੀਸੈਪਟਿਕ ਕਿਲ ਕਰਦੇ ਆ ਬੈਕਟੀਰੀਆ ਨੂੰ, ਇਹਦੀ ਗਰੋਥ ਨੂੰ ਘੱਟ ਕਰਦੇ ਆ। ਅਤੇ ਤੁਹਾਨੂੰ ਦੱਸਿਆ ਮੈਂ ਐਂਟੀਸੈਪਟਿਕ ਜਿਹੜੇ ਲਿਵਿੰਗ ਇਸ਼ੂਜ਼ ਅਤੇ ਟਿਸ਼ੂਜ਼ 'ਤੇ ਆਪਾਂ ਅਪਲਾਈ ਕਰ ਸਕਦੇ ਹਾਂ, ਜਿੱਦਾਂ ਡਿਟੋਲ ਹੈ, ਠੀਕ ਹੈ। ਸੋ ਇਹ ਮਿਕਸਚਰ ਹੁੰਦਾ ਕਿਹਦਾ ਕਲੋਰੋਜ਼ਾਈਲੋਨੋਲ ਅਤੇ ਨੈਕਸਟ ਹੈਗਾ ਟੈਰੀਫਿਨੋਲ, ਠੀਕ ਹੈ। ਇਹਦੀ ਬਿਥੇਨੋਲ ਇਹ ਐਡਿਡ ਕੀਤਾ ਜਾਂਦਾ ਸੋਪ ਦੇ ਵਿੱਚ। ਆਇਓਡੀਨ, ਇਹ ਸਾਰੇ ਐਂਟੀਸੈਪਟਿਕ ਦੀ ਆ, ਕਿਉਂਕਿ ਆਪਾਂ ਲਿਵਿੰਗ ਟਿਸ਼ੂਜ਼ 'ਤੇ ਅਪਲਾਈ ਕਰ ਸਕਦੇ ਹਾਂ। ਡਿਸਇਨਫੈਕਟਡ ਵੀ ਕਿਲ ਕਰਦਾ ਮਾਈਕਰੋ ਆਰਗੈਨਿਜ਼ਮ ਨੂੰ, ਬਟ ਇਹਨੂੰ ਆਪਾਂ ਲਿਵਿੰਗ ਟਿਸ਼ੂਜ਼ 'ਤੇ ਅਪਲਾਈ ਨਹੀਂ ਕਰ ਸਕਦੇ। ਲਾਈਕ ਮੈਂ ਦੱਸਿਆ ਸੀ ਨਾ, ਇਹਦੇ ਵਿੱਚ ਅਮਾਊਂਟ ਜ਼ਿਆਦਾ ਹੋ ਜਾਂਦੀ, ਤਾਂ ਇਹਦੇ ਵਿੱਚ 0.02% ਫਿਨੋਲ ਹੁੰਦਾ, ਬਟ ਇਹਦੇ ਵਿੱਚ ਕਿੰਨਾ 1% ਫਿਨੋਲ ਲੈ ਲਓ, ਉਹ ਡਿਸਇਨਫੈਕਟੈਂਟ ਬਣ ਗਿਆ। ਕਲੋਰੀਨ ਲੈ ਲਓ 0.2 ਤੋਂ 0.4 ppm, ਉਹ ਡਿਸਇਨਫੈਕਟੈਂਟ ਦਾ ਕੰਮ ਕਰਨਗੇ। ਕਲੀਅਰ ਆ। ਟ੍ਰਿੰਕੁਲਾਈਜ਼ਰ, ਕੋਈ ਸਟ੍ਰੈਸ ਹੋ ਗਈ, ਟੈਨਸ਼ਨ ਹੋ ਗਈ, ਤੁਹਾਨੂੰ ਐਨਜ਼ਾਈਟੀ ਹੋ ਗਈ ਆ, ਠੀਕ ਆ, ਉਹ ਲਈ ਜਿੱਦਾਂ ਕੁਨੀਲ ਆਪਾਂ ਲੈਂਦੇ ਹਾਂ ਕੁਇਨੀਲ ਡੈਰੀਵੇਟਿਵ ਆਫ ਬਾਰਬਿਊਟਰਿਕ ਐਸਿਡ, ਇਹਦੇ ਵਿੱਚ ਅਲੱਗ-ਅਲੱਗ ਐਗਜ਼ਾਮਪਲ ਦਿੱਤੀਆਂ ਹੋਈਆਂ ਤੁਹਾਨੂੰ, ਠੀਕ ਆ। ਵੈਲਿਊਮ, ਸੈਰੋਟੋਨਿਨ। ਨੈਕਸਟ ਐਂਟੀ ਜਿਹੜੇ ਹੈਗੇ ਮਾਈਕਰੋਬੀਅਲ ਜਿਹੜੇ ਸੀਗੇ ਇਨਫੈਕਸ਼ਨਸ ਜਿਹੜੀਆਂ ਮਾਈਕਰੋ ਔਰਗੈਨਿਜ਼ਮ ਕਰਕੇ ਹੁੰਦੀਆਂ, ਇਹ 'ਚ ਸਲਫਾ ਅਮਾਈਡ ਦੀਆਂ ਜ਼ਿਆਦਾਤਰ ਆਪਾਂ ਉਹਦੇ ਡੈਰੀਵੇਟਿਵ ਯੂਜ਼ ਕਰਦੇ, ਜਿਹਦੇ 'ਚ ਸਲਫੋ ਇਹਦਾ ਤੁਹਾਨੂੰ ਦੇਖਣ ਨੂੰ ਮਿਲ ਜੇ। ਐਂਟੀ ਫਰਟੀਲਿਟੀ ਡਰੱਗਸ, ਕੰਟਰੋਲ ਦਾ ਪ੍ਰੈਗਨੈਂਸੀ, ਉਹਦੇ ਲਈ ਆਪਾਂ ਯੂਜ਼ ਕਰਦੇ ਹਾਂ। ਐਂਟੀ ਹਿਸਟਾਮਾਈਨਸ ਆਰ ਯੂਜ਼ ਟੂ ਡਿਮਿਨਿਸ਼ ਔਰ ਅਬੋਲਿਸ਼ ਦਾ ਮੇਨ ਐਕਸ਼ਨ ਆਫ ਹਿਸਟਾਮਾਈਨ ਜਿਹੜਾ ਰਿਲੀਜ਼ ਹੁੰਦਾ ਬੋਡੀ ਦੇ ਵਿੱਚ, ਉਹਨੂੰ ਰੋਕਦਾ ਹੈਗਾ ਤਾਂ ਕਿ ਕੋਈ ਐਲਰਜੈਟਿਕ ਰਿਐਕਸ਼ਨਸ ਨਾ ਹੋਣ। ਐਂਟਾਸਿਡ, ਜਦੋਂ ਜ਼ਿਆਦਾ ਐਸਿਡ ਬਣ ਜਾਂਦਾ। ਐਂਟੀ ਬਾਇਓਟਿਕ ਜਿਹੜੇ ਪ੍ਰੋਡਿਊਸ ਬਾਏ ਹੁੰਦੇ ਮਾਈਕਰੋ ਆਰਗੈਨਿਜ਼ਮ, ਅਤੇ ਉਹਦੀ ਹੀ ਗਰੋਥ ਨੂੰ ਫਿਰ ਉਹ ਰੋਕਦੇ ਆ, ਜਿੱਦਾਂ ਪੈਨਸਲਿਨ ਹੈ, ਠੀਕ ਆ, ਅਲੱਗ-ਅਲੱਗ ਨਾਮ ਹੈਗੇ ਇਹਦੇ। ਐਂਟੀ ਆਕਸੀਡੈਂਟ ਜਿਹੜੇ ਰਿਟਾਰਡ ਦਾ ਐਕਸ਼ਨ ਆਫ ਆਕਸੀਜਨ ਔਨ ਦਾ ਫੂਡ, ਠੀਕ ਹੈ। ਆਕਸੀਡੇਸ਼ਨ ਹੁੰਦੀ ਨਾ ਜਦੋਂ ਫੂਡ ਦੀ, ਉਹਦੇ ਐਕਸ਼ਨ ਨੂੰ ਫਿਰ ਰਿਟਾਰਡ ਕਰਨਗੇ ਅਤੇ ਉਹਨੂੰ ਪ੍ਰੀਜ਼ਰਵ ਕਰਕੇ ਰੱਖਣਗੇ। ਇਹਦੀ ਐਗਜ਼ਾਮਪਲ ਹੈ BHT ਐਂਡ BHA, ਕਲੀਅਰ। ਸੋ ਨੈਕਸਟ 'ਤੇ ਚੱਲਦੇ ਹਾਂ ਅਸੀਂ। ਇਹਦੇ ਪਹਿਲਾਂ ਥੋੜ੍ਹੇ ਆਹ ਵਾਲੇ ਕੁਐਸਚਨ ਡਿਸਕਸ ਕਰ ਲੈਣੇ ਕੰਸੈਪਚੁਅਲ। ਪਿਕ ਆਊਟ ਦਾ odd one among of the following compound on the basis of their medical properties, ਜਿੱਦਾਂ ਲੂਮੀਨਲ ਹੈ, ਸੈਕੋਨਲ ਹੈ, ਫਿਨੈਸਟਿਨ ਹੈ, ਇਕੁਐਨਿਲ ਹੈ। ਸੋ ਇਹ ਸਾਰੇ ਇੱਕ ਕੈਟਾਗਰੀ 'ਚ, ਜਿਹੜਾ ਫਿਨੈਸਟਿਨ ਹੈ ਇਹ ਅਲੱਗ ਕੈਟਾਗਰੀ ਦੇ ਵਿੱਚ ਆਉਂਦਾ ਹੈ। ਇਹਦੀ ਔਡ ਵਾਲੇ ਅਸੀਂ ਫਾਈਂਡ ਰੱਖਾਂ, ਜੋ ਸਾਨੂੰ ਸਾਰਿਆਂ ਦਾ ਪਤਾ ਹੋਇਆ ਨਾ, ਅਤੇ ਅਸੀਂ ਆਰਾਮ ਨਾਲ ਫਾਈਂਡ, ਜਿੱਦਾਂ ਹੁਣ ਕਲੋਰੋਜ਼ਾਈਨੋਲ, ਫਿਨੋਲ, ਬਿਥੇਨੋਲ, ਇਹ ਸਾਰੇ ਤੁਹਾਨੂੰ ਪਤਾ ਐਂਟੀਸੈਪਟਿਕ ਹੈ, ਠੀਕ ਹੈ, ਇਹ ਡਿਸਇਨਫੈਕਟੈਂਟ ਹੋ ਗਿਆ। ਨੇਮ ਆਫ ਦਾ ਬਰੋਡ ਸਪੈਕਟਰਮ ਐਂਟੀਬਾਇਓਟਿਕ, ਜਿਹੜਾ ਸਭ ਤੋਂ ਬਰੋਡ ਇਹ ਸਪੈਕਟਰਮ ਐਂਟੀਬਾਇਓਟਿਕ ਹੋਗਾ ਕਲੋਰੋ ਐਮਫੀਨੋਕੋਲ, ਠੀਕ ਹੈ। ਐਗਜ਼ਾਮਪਲ ਯਾਦ ਕਰ ਲੈਣੀ। ਵਿਚ ਆਫ ਦਾ ਕੈਮੀਕਲ ਇਜ਼ ਰਿਸਪੋਂਸੀਬਲ ਫॉर ਐਂਟੀਸੈਪਟਿਕ ਪ੍ਰੋਪਰਟੀ ਆਫ ਡਿਟੋਲ, ਉਹ 'ਚ ਡਿਟੋਲ ਦੇ ਵਿੱਚ ਐਂਟੀਸੈਪਟਿਕ ਪ੍ਰੋਪਰਟੀ ਕਿਹਦੇ ਕਰਕੇ ਹੁੰਦੀਆਂ, ਠੀਕ ਹੈ, ਉਹ ਆਉਂਦੀਆਂ ਕਲੋਰੋਜ਼ਾਈਲੀਨੋਲ, ਠੀਕ ਹੈ। ਸਲਫਰ ਡਰੱਗਸ ਜਿਹੜੀਆਂ ਹੈ ਵਰਕ ਲਾਈਕ ਐਂਟੀਬਾਇਓਟਿਕ, ਬਟ ਦੇ ਆਰ ਨੋਟ ਐਂਟੀਬਾਇਓਟਿਕ, ਕਰਦੀਆਂ ਵੀ ਇਹ ਐਂਟੀਬਾਇਓਟਿਕ ਵੱਲ, ਬਟ ਹੁੰਦੀਆਂ ਨਹੀਂ ਹੈਗੀਆਂ। ਇਜ਼ ਦਿਸ ਵੈਲਿਡ ਸਟੇਟਮੈਂਟ ਐਂਡ ਵਾਈ? ਦਿਸ ਇਜ਼ ਵੈਲਿਡ ਸਟੇਟਮੈਂਟ, ਓਬਵੀਅਸਲੀ ਵੈਲਿਡ ਹੈ। ਜਿਹੜੀਆਂ ਸਲਫਰ ਡਰੱਗ ਆ ਉਹ ਐਕਟ ਕਰਦੀਆਂ ਐਜ਼ ਅਗੇਂਸਟ ਮਾਈਕਰੋ ਆਰਗੈਨਿਜ਼ਮ, ਜਿੱਦਾਂ ਲਾਈਕ ਐਂਟੀਬਾਇਓਟਿਕ ਹੁੰਦੇ ਨਾ ਉੱਦਾਂ ਹੀ। ਸੋ ਹਾਊ ਐਵਰ ਦੇ ਆਰ ਨੋਟ obtained ਨਹੀਂ ਹੈ ਉਹਨਾਂ ਤੋਂ, ਠੀਕ ਹੈ। ਜਿੱਦਾਂ ਲਾਈਕ ਸਾਰੇ ਐਂਟੀਬਾਇਓਟਿਕ ਅਸੀਂ ਪੜ੍ਹਿਆ ਸੀ, ਉਹ ਪ੍ਰੋਡਿਊਸ ਬਾਏ ਵੀ ਮਾਈਕਰੋ ਆਰਗੈਨਿਜ਼ਮ ਹੁੰਦੇ ਆ, ਅਤੇ ਉਹਨਾਂ ਦੀ ਹੀ ਉਹਨੂੰ ਪ੍ਰੀਵੈਂਟ ਕਰਦੇ ਆ। ਸੋ ਬਟ ਇਹ ਪ੍ਰੋਡਿਊਸ ਨਹੀਂ ਹੈ ਉਹਨਾਂ ਦੁਆਰਾ, ਬਟ ਉਹਨੂੰ ਕਿਲ ਕਰਦੇ ਆ, ਠੀਕ ਹੈ। ਨੇਮ ਦਾ ਕਲਾਸ ਆਫ ਐਂਟੀ ਮਾਈਕਰੋਬੀਅਲ ਡਰੱਗਸ, ਉਹ ਆਪਾਂ ਕੀ ਸਲਫੋਮਾਈਡਸ, ਉਹਦੇ ਸਾਰੇ ਡੈਰੀਵੇਟਿਵਸ ਹੁੰਦੇ ਆ ਨਾ। ਨੇਮ ਆਫ ਦਾ ਮੋਸਟ ਕਾਮਨ ਐਂਟਾਸਿਡ, ਜਿਹੜਾ ਸਭ ਤੋਂ ਜ਼ਿਆਦਾ ਕਾਮਨ ਯੂਜ਼ ਕਰਦੇ, ਬੇਕਿੰਗ ਸੋਡਾ। ਐਂਟੀਬਾਇਓਟਿਕ ਆਪਾਂ ਪੜ੍ਹਿਆ ਕਿਹੜੇ ਹੁੰਦੇ ਆ, ਜਿਹੜੇ ਪ੍ਰੋਡਿਊਸ ਵੀ ਮਾਈਕਰੋ ਆਰਗੈਨਿਜ਼ਮ ਦੁਆਰਾ ਹੁੰਦੇ, ਜਿੱਦਾਂ ਬੈਕਟੀਰੀਆ, ਫੰਜਾਈ, ਠੀਕ ਆ, ਮੋਲਸ, ਇਹਨਾਂ ਤੋਂ, ਬਟ ਉਹਨਾਂ ਦੀ ਹੀ ਗਰੋਥ ਨੂੰ ਇਨਹਿਬਿਟ ਕਰਦੇ, ਜਿੱਦਾਂ ਪੈਨਸਲਿਨ ਸਭ ਤੋਂ ਪਹਿਲਾਂ ਜਿਹੜਾ ਐਂਟੀਬਾਇਓਟਿਕ ਡਿਸਕਵਰ ਹੋਇਆ ਸੀਗਾ ਸਭ ਤੋਂ ਪਹਿਲਾਂ। ਨੇਮ ਦਾ ਸਬਸਟਾਂਸ ਵਿਚ ਕੈਨ ਯੂਜ਼ ਬੋਥ ਐਜ਼ ਐਂਟੀਸੈਪਟਿਕ ਅਤੇ ਡਿਸਇਨਫੈਕਟਡ। ਫਿਨੋਲ ਪੜ੍ਹਿਆ ਨਾ ਆਪਾਂ, 0.02% ਫਿਨੋਲ ਲਵਾਂਗੇ ਤਾਂ ਉਹ ਐਂਟੀਸੈਪਟਿਕ ਦਾ ਕੰਮ ਕਰੇਗਾ, ਜਿਸ 1% ਲਵਾਂਗੇ ਤਾਂ ਡਿਸਇਨਫੈਕਟੈਂਟ ਦਾ ਕੰਮ ਕਰੇਗਾ। ਐਂਟੀਸੈਪਟਿਕ ਆਪਾਂ ਲਿਵਿੰਗ ਟਿਸ਼ੂਜ਼ 'ਤੇ ਅਪਲਾਈ ਕਰ ਸਕਦੇ ਹਾਂ, ਡਿਸਇਨਫੈਕਟਡ ਅਪਲਾਈ ਨਹੀਂ ਕਰ ਸਕਦੇ। ਵਟ ਟਾਈਪ ਆਫ ਡਰਗ ਇਜ਼ ਫਿਨੈਸਟਾਈਨ, ਆਪਾਂ ਪੜ੍ਹਿਆ ਸੀ ਐਂਟੀਪਾਇਰੈਟਿਕਸ ਦੀ ਕੈਟਾਗਰੀ ਦੇ ਵਿੱਚ ਸੀ। ਵਾਈ ਇਜ਼ ਬਿਥਾਨੋਲ ਐਡਿਡ ਟੂ ਸੋਪ? ਬਿਥਾਨੋਲ ਨੂੰ ਆਪਾਂ ਕਿਉਂ ਐਡਿਡ ਕਰਦੇ ਹਾਂ? ਆਪਾਂ ਤਾਂ ਪੜ੍ਹਿਆ ਹੀ ਐਕਟ ਕਰਦਾ, ਉਹਦੇ ਵਿੱਚ ਐਂਟੀਸੈਪਟਿਕ ਦਾ ਕੰਮ ਹੀ ਤਾਂ ਇਹੀ ਕਰਦਾ, ਠੀਕ ਹੈ। ਸਲਫਰ ਡਰੱਗਸ, ਸਲਫਾ ਐਡਜ਼ਾਈਨ, ਠੀਕ ਹੈ, ਸਲਫਾ ਡਾਇਆਜ਼ਾਈਨ, ਠੀਕ ਹੈ, ਇਹ ਨਾਮ ਦੇਖ ਲੈਣੇ। ਨੈਕਸਟ ਹੈ ਜੀ, ਇਹ ਆਪਾਂ ਦੇਖ ਲਈ ਆ ਸਮਰੀ ਆਪਾਂ ਦੇਖ ਚੁੱਕੇ ਹਾਂ। ਹੁਣ ਆਪਾਂ ਕੁਛ ਕੁਐਸਚਨਸ ਦੇਖਦੇ ਹਾਂ। ਵੈਸੇ ਤੁਸੀਂ ਸਕਰੀਨਸ਼ਾਟ ਲੈ ਕੇ ਆਪ ਟਰਾਈ ਕਰਨੇ, ਆਪ ਟਰਾਈ ਕਰ ਲਓ। ਜਿੱਦਾਂ ਐਂਟੀਪਾਇਰੈਟਿਕਸ ਆਰ ਮੈਡੀਕਲ ਕੰਪਾਊਂਡ ਵਿੱਚ, ਐਂਟੀਪਾਇਰੈਟਿਕਸ ਕਿਹੜੇ ਆ, ਜਿਹੜੇ ਬੋਡੀ ਪੇਨ ਨੂੰ ਕੀ ਕਰਦੇ ਆ, ਲੋਅਰ ਕਰਦੇ ਆ। ਐਸਪੀਰੀਨ ਕਿਹਦੀ ਕੈਟਾਗਰੀ ਦੇ ਵਿੱਚ ਆਉਂਦੀ ਸੀਗੀ, ਠੀਕ ਹੈ, ਅਤੇ ਐਸਪੀਰੀਨ ਦਾ ਮੇਨ ਨਾਮ ਹੈ ਇੱਥੇ ਐਸੀਟਾਈਲ ਸੈਲਿਸਾਈਲਿਕ ਐਸਿਡ, ਠੀਕ ਹੈ। ਹੁਣ ਨਾਮ ਪੁੱਛਿਆ। ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਟ੍ਰਿੰਕੂਲਾਈਜ਼ਰ, ਇਹਨਾਂ 'ਚੋਂ ਟ੍ਰਿੰਕੂਲਾਈਜ਼ਰ ਉਹਨੇ ਪੁੱਛਿਆ। ਟ੍ਰਿੰਕੂਲਾਈਜ਼ਰ ਸੀ ਕਿਹੜੇ ਸੀਗੇ, ਜਿਹੜੇ ਸਟ੍ਰੈਸ ਵਗੈਰਾ ਨੂੰ ਰਿਲੀਫ ਕਰਨ ਲਈ ਆਪਾਂ ਲੈਂਦੇ ਸੀਗੇ, ਠੀਕ ਹੈ। ਸੋ ਉਹਨੇ ਪੁੱਛਿਆ ਇਹਨਾਂ 'ਚੋਂ ਕਿਹੜਾ ਟ੍ਰਿੰਕੂਲਾਈਜ਼ਰ ਨਹੀਂ ਹੈ।
ਥਰਡ ਦਾ ਆਪਸ਼ਨ ਨੰਬਰ ਇਜ਼ ਡੀ, ਠੀਕ ਹੈ। ਬਾਕੀ ਸਾਰੇ ਉਹਦੀ ਕੈਟਾਗਰੀ ਦੇ ਵਿੱਚ ਹੈ। ਵਿਚ ਦਾ ਫੋਲੋਇੰਗ ਇਜ਼ ਨੋਟ ਐਂਟੀਬਾਇਓਟਿਕ। ਇਹਨਾਂ 'ਚੋਂ ਐਂਟੀਬਾਇਓ ਦਾ ਪੈਨਸਲਿਨ ਤਾਂ ਸਾਨੂੰ ਪਤਾ ਫਸਟ ਡਿਸਕਵਰਡ ਜਿਹੜਾ ਸੀਗਾ ਸੀਗਾ। ਬਿਥੇਨੋਲ ਤਾਂ ਤੁਹਾਨੂੰ ਪਤਾ ਐਂਟੀਬਾਇਓਟਿਕ ਦੀ ਕੈਟਾਗਰੀ 'ਚ ਨਹੀਂ ਹੈ, ਦਿਸ ਇਜ਼ ਇਨ ਦੀ ਕੈਟਾਗਰੀ ਆਫ ਅਦਰ ਐਂਟੀਸੈਪਟਿਕ ਡਿਸਇਨਫੈਕਟੈਂਟ ਪੜ੍ਹੇ ਨਾ, ਉਹਨਾਂ ਵਿੱਚ ਹੈ। 2 ਐਸੀਟੋਕਸੀਬੈਂਜ਼ੋਇਕ ਐਸਿਡ, ਸੋ ਇਹ ਕਿਹਦੀ ਕੈਟਾਗਰੀ ਦੇ ਵਿੱਚੋਂ ਹੈ? ਇਹ ਐਂਟੀਪਾਇਰੈਟਿਕਸ ਦੀ ਹੀ ਕੈਟਾਗਰੀ ਦੇ ਵਿੱਚੋਂ। ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਐਂਟੀਪਾਇਰੈਟਿਕ, ਇਹਨਾਂ ਵਿੱਚੋਂ ਕਿਹੜਾ ਐਂਟੀਪਾਇਰੈਟਿਕ ਹੈ ਹੀ ਨਹੀਂ, ਠੀਕ ਹੈ। ਉਹ ਹੈਗਾ ਕਲੋਰਾਫੀਨੇਸੋਲ, ਠੀਕ ਹੈ। ਇਹ ਅਲੱਗ ਅਲੱਗ ਆ। ਅਤੇ ਸੋ ਇਹ ਜਿਹੜਾ, ਕਿਉਂਕਿ ਇਹ ਸਾਡੇ ਕੋਲ ਬਰੋਡ ਸਪੈਕਟਰਮ ਐਂਟੀਬਾਇਓਟਿਕ ਐਂਟੀਬਾਇਓਟਿਕ ਦੀ ਕੈਟਾਗਰੀ 'ਚੋਂ ਹੈ। ਐਸਪੀਰੀਨ ਕੀ ਹੈ? ਇੱਕ ਐਂਟੀਪਾਇਰੈਟਿਕ ਹੈ, ਠੀਕ ਹੈ। ਕਈ ਵਾਰੀ ਸਿੰਪਲ ਕੁਐਸਚਨ ਹੀ ਆ ਜਾਂਦੇ ਆ। ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਯੂਜ਼ ਐਜ਼ ਐਂਟੀਆਕਸੀਡੈਂਟ ਇਨ ਦਾ ਫੂਡ, ਆਕਸੀਡੇਸ਼ਨ ਨੂੰ ਜਿਹੜੇ ਰੋਕਦੇ ਸੀਗੇ ਨਾ ਉਹ। ਸੋ ਇਸ ਹਾਂਜੀ ਤੁਹਾਨੂੰ ਇਸ ਨਾਲ ਥੋੜ੍ਹਾ ਪ੍ਰੀਜ਼ਰਵੇਟਿਵ ਬਾਰੇ ਵੀ ਮੈਂ ਦੱਸਦੀ ਹਾਂ। ਆਪਾਂ ਥੋੜ੍ਹੇ ਜਿਹੇ ਕੁਐਸਚਨ ਦੇਖ ਲਈਏ, ਫਿਰ ਤੁਹਾਨੂੰ ਥੋੜ੍ਹਾ ਪ੍ਰੀਜ਼ਰਵੇਟਿਵਸ ਦੇ ਵਿੱਚੋਂ ਵੀ ਪਤਾ ਚੱਲ ਜਾਏਗਾ, ਠੀਕ ਹੈ। 9th ਦਾ ਆਪਸ਼ਨ ਜਿਹੜਾ ਹੈਗਾ ਉਹ ਹੈਗਾ ਆਪਸ਼ਨ ਨੰਬਰ ਬੀ। ਨੈਕਸਟ, ਸਲਫੋਆਮਾਈਡਸ ਜਿਹੜੇ ਉਹ ਕਿੱਦਾਂ ਐਕਟ ਕਰਦੇ ਆ? 10th ਦਾ ਆਪਸ਼ਨ ਨੰਬਰ ਸੀ ਐਂਟੀ ਮਾਈਕਰੋਬੀਅਲ, ਉਹਦੇ ਡੈਰੀਵੇਟਿਵ ਸੀਗੇ ਨਾ, ਉੱਥੇ ਆਪਾਂ ਕੀਤਾ ਸੀਗਾ। ਪ੍ਰੋਗੈਸਟ੍ਰੋਜਨ ਐਂਡ ਔਸਟੋਜਨ ਆਰ ਯੂਜ਼ਡ ਇਨ, ਇਹ ਕਿਹਦੇ ਵਿੱਚ ਯੂਜ਼ ਕੀਤੇ ਜਾਂਦੇ ਆ? ਇਹ ਐਂਟੀ ਫਰਟੀਲਿਟੀ ਡਰੱਗਸ ਹੈ, ਠੀਕ ਹੈ। ਬੈਨੇਡਰਾਈਲ ਇਜ਼ ਯੂਜ਼ਡ ਇਨ, ਇਹ ਵਿੱਚ ਹੈ ਐਂਟੀ ਹਿਸਟਾਮਾਈਨ। ਵਿਚ ਦਾ ਫੋਲੋਇੰਗ ਪ੍ਰੀਜ਼ਰਵੇਟਿਵ, ਹੁਣ ਇਹ ਵਾਲਾ ਇੱਕ ਰਹਿਣ ਦਿਓ, ਮੈਂ ਤੁਹਾਨੂੰ ਹੁਣ ਪ੍ਰੀਜ਼ਰਵੇਟਿਵ ਇਸ ਤੋਂ ਬਾਅਦ ਸਮਝਾਉਣੀ, ਤੁਹਾਨੂੰ ਪਤਾ ਚੱਲ ਜਾਏਗਾ ਉਹ 'ਚ ਕਿਹੜੇ ਕਿਹੜੇ ਆਉਣਗੇ, ਠੀਕ ਹੈ। ਮਾਈਫਰੋਸਟੋਨ ਇਜ਼ ਯੂਜ਼ਡ ਇਨ, ਇਹ ਵੀ ਐਂਟੀ ਫਰਟੀਲਿਟੀ ਜਿਹੜੀ ਡਰੱਗ ਹੈ। ਵਿਚ ਆਫ ਦਾ ਫੋਲੋਇੰਗ ਇਜ਼ ਐਨ ਨੋਟ ਆਰਟੀਫਿਸ਼ਲੀ ਸਵੀਟਨਿੰਗ ਏਜੰਟ, ਇਹ ਵੀ ਮੈਂ ਕਰਵਾਉਣੀ ਤੁਹਾਨੂੰ ਫਿਰ ਉੱਥੇ ਕਲੀਅਰ ਹੋਏਗਾ। ਵਿਚ ਆਫ ਦਾ ਫੋਲੋਇੰਗ ਕੈਨ ਪੋਸੀਬਲੀ ਯੂਜ਼ਡ ਐਨ ਐਂਟੀ ਅਨਲਜੈਸਿਕ ਵਿਦਾਊਟ ਕਾਜ਼ਿੰਗ ਐਡੀਸ਼ਨ ਟੂ ਮੋਡੀਫਿਕੇਸ਼ਨ, ਮਤਲਬ ਜਿਹੜਾ ਅਨਲਜੈਸਿਕ ਦਾ ਕੰਮ ਕਰੇਗਾ ਅਤੇ ਉਹ 'ਚ ਕੋਈ ਮੋਡੀਫਿਕੇਸ਼ਨ ਦੀ ਲੋੜ ਨਹੀਂ ਹੈ ਤੁਹਾਨੂੰ, ਠੀਕ ਹੈ। ਉਹ ਹੈਗਾ ਐਨ ਐਸੀਟਾਈਲ ਪੈਰਾ ਅਮਾਈਨੋਫਿਨੋ, ਠੀਕ ਹੈ, ਬੀ ਆਪਸ਼ਨ। ਇਹ ਕੁਐਸਚਨਸ ਵੀ ਦੇਖ ਲਓ। ਇਹ ਵਾਲੇ ਕੰਪਾਊਂਡ ਦਾ ਨਾਮ ਕੀ ਹੈਗਾ ਆ? ਇਹ ਕਿਹੜਾ ਕੰਪਾਊਂਡ ਹੈ? ਐਨਲਜੈਸਿਕ ਦੇ ਵਿੱਚ ਆਉਂਦਾ ਆ। 18 ਦਾ ਮੌਕਸੀਲਿਨ ਜਿਹੜਾ ਸੈਮੀ ਸਿੰਥੈਟਿਕ ਮੋਡੀਫਿਕੇਸ਼ਨ ਕਿਹਦੀ? ਪੈਨਸਲਿਨ ਦੀ ਹੀ ਹੈ। 2 ਐਸੀਟੋਬੈਂਜ਼ੋਇਕ ਐਸਿਡ ਜਿਹੜਾ ਹੈ ਉਹ ਐਸਪੀਰੀਨ ਹੈ, ਆਪਾਂ ਆਲਰੇਡੀ ਪਹਿਲਾਂ ਵੀ ਦੇਖ ਚੁੱਕੇ ਹਾਂ। ਬਰੋਡ ਸਪੈਕਟਰਮ ਕਿਹੜਾ, ਦੇਖੋ ਕਾਫੀ ਰਿਪੀਟ ਵੀ ਹੋ ਰਿਹਾ ਨਾ, ਤੁਹਾਨੂੰ ਇਹਦਾ ਫਿਰ ਕਲੀਅਰ ਹੋ ਜਾਣਗੇ। ਨੈਕਸਟ ਹੈ ਜੀ ਕੈਮੀਕਲਸ ਕਿਹੜੇ ਫੂਡ ਦੇ ਵਿੱਚ ਯੂਜ਼ ਹੈਗੇ ਆ, ਠੀਕ ਹੈ। ਵੀ ਸਾਡੇ ਸਿਲੇਬਸ 'ਚ ਹੈ ਫੂਡ ਪ੍ਰੀਜ਼ਰਵੇਟਿਵ। ਦੇਖੋ ਫੂਡ ਜਿੱਦਾਂ ਪੈਕ ਹੋ ਕੇ ਜਾਂਦਾ ਲੰਬੇ ਸਮੇਂ ਲਈ ਉਹ ਰਹਿੰਦਾ ਹੈ ਨਾ, ਮਤਲਬ ਕਿ ਉਹ ਖਰਾਬ ਨਹੀਂ ਹੁੰਦਾ, ਯਾਨੀ ਕੁਛ ਨਾ ਕੁਛ ਐਡ ਕੀਤਾ ਜਾਂਦਾ। ਉਹੀ ਜਿਹੜੇ ਦਾ ਮੈਨੀ ਕੈਮੀਕਲਸ ਆਰ ਐਡਡ ਟੂ ਫੂਡ ਫॉर देयर ਪ੍ਰੀਜ਼ਰਵੇਸ਼ਨ ਐਂਡ ਇਨਹੈਂਸਿੰਗ देयर अपील्स, ਮਤਲਬ ਲੰਬੇ ਸਮੇਂ ਲਈ ਉਹ ਰਹਿਣ ਪ੍ਰੀਜ਼ਰਵ ਹੋ ਕੇ। ਉਹਲੇ ਜਿਹੜੇ ਫੂਡ ਐਡੀਟਿਵ ਯੂਜ਼ ਕਰਦੇ ਆਪਾਂ, ਜਿੱਦਾਂ ਕੋਈ ਫਲੇਵਰ ਐਂਡ ਸਵੀਟਨਰ, ਫੂਡ ਕਲਰਸ, ਠੀਕ ਹੈ, ਫੈਟ ਐਮਲਸੀਫਾਇਰ, ਸੋ ਐਂਟੀਆਕਸੀਡੈਂਟ, ਪ੍ਰੀਜ਼ਰਵੇਟਿਵਸ, ਨਿਊਟ੍ਰੀਸ਼ਨਲ ਸਪਲੀਮੈਂਟ ਲਾਈਕ ਵਿਟਾਮਿਨ ਮਿਨਰਲਸ, ਇਹ ਸਾਰੇ ਜਿਹੜੇ ਯੂਜ਼ ਕਰਦੇ ਦੇ ਆਰ ਫੂਡ ਪ੍ਰੀਜ਼ਰਵੇਟਿਵ। ਦੇ ਆਰ ਕੈਮੀਕਲ ਸਬਸਟਾਂਸ ਵਿਚ ਆਰ ਐਡਡ ਟੂ ਫੂਡ ਮਟੀਰੀਅਲ ਟੂ ਪ੍ਰੀਵੈਂਟ ਦੇਅਰ ਸਪੋਇਲੇਜ, ਕਿ ਖਰਾਬ ਨਾ ਹੋਣ, ਇਸ ਰੋਕਣ ਐਂਡ ਰਿਟੇਨ ਦੇਅਰ ਨਿਊਟ੍ਰੀਟਿਵ ਵੈਲਿਊ ਫॉर ਅ ਲੌਂਗ ਪੀਰੀਅਡ, ਲੰਬੇ ਸਮੇਂ ਲਈ ਉਹਦੀ ਜਿਹੜੀ ਆ ਨਿਊਟ੍ਰੀਟਿਵ ਵੈਲਿਊ ਉਹ ਰਵੇ, ਠੀਕ ਹੈ। ਜਿੱਦਾਂ ਸਾਲਟ ਐਡ ਕਰ ਦਿੰਦੇ ਹਾਂ, ਠੀਕ ਹੈ। ਅਸੀਂ ਘਰਾਂ ਜਿੱਦਾਂ ਚਾਰ ਪਾਉਂਦੇ ਹਾਂ ਤਾਂ ਬਹੁਤ ਸਾਰਾ ਉਹਦੇ ਵਿੱਚ ਐਡ ਕਰਦੇ ਹਾਂ ਤਾਂ ਕਿ ਬੈਕਟੀਰੀਆ ਸਰਵਾਈਵ ਨਾ ਕਰ ਸਕਣ। ਸੋ ਉਹ ਐਗਜ਼ਾਮਪਲ, ਉਹ ਵੀ ਇੱਕ ਫੂਡ ਪ੍ਰੀਜ਼ਰਵੇਟਿਵ ਹੋ ਗਿਆ। ਇੱਦਾਂ ਉਹ ਤਾਂ ਇੱਕ ਫਿਰ ਇੱਦਾਂ ਬਹੁਤ ਸਾਰੇ ਹੋਰ ਵੀ ਹੈਗੇ ਆ, ਠੀਕ ਹੈ। ਸਾਲਟੋਪ੍ਰੋਪੋਨਿਕ ਐਸਿਡ, ਸੋਰਬਿਕ ਐਸਿਡ, ਪੋਟਾਸ਼ੀਅਮ ਬਾਈਸਲਫੇਟ, ਠੀਕ ਹੈ। ਜਿੱਦਾਂ ਇਹਦੇ ਵਿੱਚ BHA BHT, ਮੈਂ ਤੁਹਾਨੂੰ ਉਹਦੇ ਵਿੱਚ ਵੀ ਐਂਟੀਆਕਸੀਡੈਂਟ ਦਾ ਕੰਮ ਕਰਦੇ ਸੀ ਨਾ। ਇਹਦੀ ਆਰਟੀਫਿਸ਼ਲੀ ਸਵੀਟਿੰਗ ਏਜੰਟ ਉਹ ਕੀ ਹੁੰਦੇ ਆ? ਇੱਦਾਂ ਦੇ ਕੈਮੀਕਲ ਕੰਪਾਊਂਡ ਵਿੱਚ ਗਿਵ ਦਾ ਸਵੀਟਨਿੰਗ ਇਫੈਕਟ, ਠੀਕ ਹੈ, ਐਂਡ ਉਹਨਾਂ ਦਾ ਆਰਡਰ ਅਤੇ ਫਿਰ ਦੀ ਫਲੇਵਰ ਨੂੰ ਐਨਹੈਂਸ ਕਰਦੇ ਆ। ਐਗਜ਼ਾਮਪਲ ਇਹਦੇ ਵਿੱਚ ਦਿੱਤੀਆਂ ਹੋਈਆਂ ਸੈਕਰੀਨ, ਠੀਕ ਹੈ। ਉਹ ਸਾਰੀ ਐਗਜ਼ਾਮਪਲਸ ਤੁਸੀਂ ਦੇਖ ਲੈਣੀਆਂ, ਠੀਕ ਹੈ। ਬਸ ਸਵੀਟਨੈਸ ਨੂੰ ਵਧਾ ਦੇਣਾ, ਇਹ ਕੰਪਾਊਂਡ ਜਿਹੜਾ ਸਟਰਕਚਰ ਵੀ ਦੇਖ ਲਿਆ ਕਰੋ। ਨੈਕਸਟ ਦਾ ਕੈਮੀਕਲ ਯੂਜ਼ਡ ਐਜ਼ ਅਨਲਜੈਸਿਕ ਜਿਹੜੇ ਪੇਨ ਰਿਲੀਫ ਲਈ ਸੀਗੇ, ਉਹ ਵਿੱਚੋਂ ਕਿਹੜੇ ਹੈ? ਨੈਪਰੋਕਸਨ ਤੇ ਸੈਰੋਟੋਨਿਨ। ਨਾਮ ਬਾਰ ਬੋਲ ਕੇ ਦੇਖ ਲੈਣੇ, ਆ ਜਾਣਗੇ। ਐਂਟਾਸਿਡ ਇਹਨਾਂ ਵਿੱਚੋਂ ਕਿਹਨੇ? ਦੇਖੋ ਮੈਗਨੀਸ਼ੀਅਮ ਵਾਲੇ ਤਾਂ ਤੁਹਾਨੂੰ ਪਤਾ ਹੁੰਦਾ ਹੀ ਆ, ਉਹਨੇ ਕਿਹੜਾ ਨਹੀਂ ਹੈ, ਇਹ 'ਚ ਮੈਗਨੀਸ਼ੀਅਮ ਸਲਫੇਟ, ਹਾਂ ਇਹ ਵੀ ਧਿਆਨ ਰੱਖਣਾ, ਮੈਗਨੀਸ਼ੀਅਮ ਸਲਫੇਟ ਨਹੀਂ ਹੈ, ਠੀਕ ਹੈ। ਐਂਡ ਡੀ ਬੈਂਡੋਡਰਾਈਲ ਵੀ ਨਹੀਂ ਹੈ। ਵਿਚ ਆਫ ਦਾ ਫੋਲੋਇੰਗ ਇਜ਼ ਐਂਟੀਆਕਸੀਡੈਂਟ, ਪੜ੍ਹਿਆ ਹੀ BHA ਤਾਂ ਸੀਗਾ ਹੈ ਨਾ, ਪੜ੍ਹਿਆ ਹੀ ਸੀਗਾ BHA, ਅਤੇ ਨਾਲ ਇਹਦੇ ਸੋਡੀਅਮ ਸਲਫਾਈਟ ਵੀ ਹੈ। ਫੋਲੋਇੰਗ ਇਜ਼ ਯੂਜ਼ਡ ਐਜ਼ ਆਰਟੀਫਿਸ਼ੀਅਲ ਸਵੀਟਨਰ, ਆਰਟੀਫਿਸ਼ੀਅਲ ਆਪਾਂ ਹੁਣ ਇੱਕ ਦੇਖਿਆ ਸੀ ਸੈਕਰੀਨ, ਇਹ ਵਾਲਾ ਤਾਂ ਸੀਗਾ ਹੀ ਸੀ ਹੈ ਨਾ। ਨੈਕਸਟ ਇਹਦੇ ਨਾਲ ਇਹ ਵੀ ਐਲੀਟੇਮ, ਇਹ ਵੀ ਹੈ ਐਲੀਟੇਮ। ਵਿਚ ਆਫ ਦਾ ਫੋਲੋਇੰਗ ਐਕਟ ਐਜ਼ ਐਂਟੀਹਿਸਟਾਮਾਈਨ, 5th ਦਾ ਇਹ ਤਿੰਨੋਂ ਹੀ, ਠੀਕ ਹੈ। ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਡੈਰੀਵੇਟਿਵ ਆਫ ਬਾਰਬਿਟੂਰਿਕ ਐਸਿਡ, ਜਿਹੜੇ ਟ੍ਰਿੰਕੁਲਾਈਜ਼ਰ 'ਚ, ਠੀਕ ਹੈ, ਉਹਦੇ ਬ੍ਰੈਕਟ ਦਿੱਤੇ ਹੋਏ ਸੀ ਨਾ ਸਾਰੇ, ਇਹਦੇ ਡੈਰੀਵੇਟਿਵਸ ਉਹ ਪੁੱਛੇ ਹੈਗੇ ਨੇ, ਠੀਕ ਹੈ। ਕਿਹੜੇ ਨਹੀਂ ਹੈਗੇ ਨੇ? ਸੋ ਪਹਿਲੇ ਦੋ ਨਹੀਂ ਹੈ ਨਹੀਂਗੇ, ਠੀਕ ਹੈ। ਸੈਰੋਟੋਨਿਨ ਤਾਂ ਤੁਹਾਨੂੰ ਪਤਾ ਇਹਦੇ ਵਿੱਚ ਹੀ ਆਪਾਂ ਯੂਜ਼ ਕਰ ਲਿਆ ਸੀਗਾ ਅਨਲਜੈਸਿਕਸ ਦੇ ਵਿੱਚ। ਨੈਕਸਟ ਵਿਚ ਆਫ ਫੋਲੋਇੰਗ ਇਜ਼ ਨਾਟ
ਐਂਟੀਸੈਪਟਿਕ ਕਿਹੜੇ ਨੇ, ਇਹਦੇ ਵਿੱਚ ਬਿਥੇਨੋਲ ਤਾਂ ਸੀ ਸਾਡੇ ਕੋਲ, ਹੈ ਨਾ। ਸੋ ਇਹਦੇ ਵਿੱਚ 7 ਦਾ ਹੈ ਆਪਸ਼ਨ ਨੰਬਰ ਸੀ ਐਂਡ ਡੀ, ਹਾਈਡਰੋਜਨ ਪਰਆਕਸਾਈਡ ਐਂਡ ਮਿਥਾਈਲਾਈਨ, ਇਹ ਵਾਲਾ। 8 ਦੇ ਵਿੱਚ ਏ ਤੇ ਸੀ ਆਪਸ਼ਨ ਹੈ, ਸਿੰਥੈਟਿਕ ਡਿਟਰਜੈਂਟ। ਇਹ ਤਾਂ ਪੜ੍ਹਾਣੇ ਮੈਂ, ਇਹ ਨਾ ਕਰਿਓ, ਡਿਟਰਜੈਂਟ ਮੈਂ ਨੈਕਸਟ ਵੀਡੀਓ ਦੇ ਵਿੱਚ ਸੋਪ ਡਿਟਰਜੈਂਟ ਬਾਰੇ ਕਰਾ ਦੇਣਾ। ਐਸਟਰ ਕਿਹੜੇ, ਇਹਦੇ ਵਿੱਚ ਇਹ ਵਾਲੇ ਕਰੋ, ਦੇਖੋ ਕੁਐਸਚਨ, ਇਹਨੂੰ ਰਹਿਣ ਦਿਓ ਕਿਉਂਕਿ ਉਹ ਫਿਰ ਸਾਰੇ ਉੱਚ ਆ ਜਾਣਗੇ। ਇਹਦਾ ਤੁਸੀਂ ਸਕਰੀਨਸ਼ਾਟ ਲੈ ਲੈਣਾ, ਠੀਕ ਹੈ, C15 ਦਾ। ਮੈਂ ਤੁਹਾਨੂੰ ਇਹਨਾਂ ਦੇ ਇਹ ਵਿੱਚ ਕਾਫੀ ਸਾਰੇ ਕੁਐਸਚਨ ਉਹ ਵੀ ਰਿਪੀਟ ਹੋ ਜਾਣਗੇ, ਇਹ ਵਾਲੇ ਆਪਾਂ ਨਾ ਨੈਕਸਟ ਵੀਡੀਓ ਦੇ ਵਿੱਚ ਜੋ ਹੈ ਡਿਸਕਸ਼ਨ ਕਰ ਲਾਂਗੇ, ਕਿਉਂਕਿ ਇਹਦੇ ਵਿੱਚ ਕੁਛ ਤੁਹਾਡੇ ਕੋਲ ਡਿਟਰਜੈਂਟ ਵਗੈਰਾ ਦੇ ਵੀ ਇਹਦੇ ਵਿੱਚ ਨਹੀਂ ਹੈ, ਇਸ ਵਿੱਚ ਕੋਈ ਨਹੀਂ ਹੈ। ਇਹ ਵਾਲੇ ਦੇਖ ਲੈਂਦੇ ਆਪਾਂ C24 ਤੋਂ, ਜਿਹਦਾ ਵਿੱਚ ਮੰਗੋ ਦਾ ਫੋਲੋਇੰਗ ਇਜ਼ ਨੋਟ ਐਨ ਅਨਲਜੈਸਿਕ, ਕਿਹੜਾ ਅਨਲਜੈਸਿਕ ਨਹੀਂ ਹੈ, ਠੀਕ ਹੈ। ਇਹ ਤੁਸੀਂ ਸਕਰੀਨਸ਼ਾਟ ਲੈ ਕੇ ਇੱਕ ਵਾਰੀ ਖੁਦ ਟਰਾਈ ਕਰ ਲੈਣਾ, ਟ੍ਰਿੰਕੁਲਾਈਜ਼ਰਸ ਕਿਹੜੇ ਆ। ਸੋ ਆਪਸ਼ਨ ਤੁਹਾਨੂੰ ਇੱਥੇ ਗਿਵਨ ਹੈਗੇ ਨੇ। ਕੁਛ ਮੈਂ MCQs ਨੈਕਸਟ ਵੀਡੀਓ ਦੇ ਵਿੱਚ ਵੀ ਪ੍ਰੈਕਟਿਸ ਕਰਵਾ ਦਾਂਗੀ, ਜਦ ਤੱਕ ਤੁਸੀਂ ਇਹਨਾਂ ਸਾਰਿਆਂ ਨੂੰ ਦੇਖ ਰੱਖਣਾ ਹੈ ਨਾ, ਤੁਹਾਡੀ ਪ੍ਰੈਕਟਿਸ ਹੋ ਜਾਏਗੀ। ਨੈਕਸਟ ਦੇ ਵਿੱਚ ਆਪਾਂ ਸੋਪ ਡਿਟਰਜੈਂਟ ਜੋ ਸਿਲੇਬਸ ਦਾ ਥੋੜ੍ਹਾ ਜਿਹਾ ਪਾਰਟ ਰਹਿ ਗਿਆ ਉਹ ਕਰ ਲਾਂਗੇ, ਠੀਕ ਹੈ। ਜੇ ਵੀਡੀਓ ਪਸੰਦ ਆਈ ਮੈਨੂੰ ਲਾਈਕ ਐਂਡ ਕਮੈਂਟ ਕਰਕੇ ਜ਼ਰੂਰ ਦੱਸਣਾ। ਥੈਂਕਸ ਫॉर ਵਾचिंग।